ਚਾਹੀਦਾ ਵਾ। ਹਰ ਬੰਦੇ ਦੇ ਵੱਸ ਦਾ ਰੋਗ ਨਹੀਂ ਗਾ ਕਪਾਹ ਦੀ ਫਸਲ ਨੂੰ ਪ੍ਰਵਾਨ ਚੜਾਉਣਾ। ਤੇ ਇਸੇ ਸਿਲਸਿਲੇ ਦੇ ਵਿੱਚ ਅੱਜ ਮੈਂ ਥੋੜ੍ਹਾ ਜਿਹਾ ਤੁਹਾਨੂੰ ਗਾਈਡ ਕਰਾਂ ਕਿ ਇਹ ਦੇਖੋ ਨਾ ਪੌਦਾ, ਹੁਣ ਇਹਨੂੰ ਅਸੀਂ ਦੇਖਣਾ ਕਿ ਆਇਆ ਇਹਦੇ 'ਤੇ ਕੋਈ ਪੈਸਟ ਦਾ ਪ੍ਰੋਬਲਮ ਤਾਂ ਨਹੀਂ ਹੈ। ਇਸੇ ਤਰ੍ਹਾਂ ਹੀ ਅਸੀਂ ਦੇਖਦੇ ਜਾਣਾ। ਹੁਣ 1 ਬਾਈ 1 ਜਿਹੜਾ ਨਾ ਇਹਨਾਂ ਨੂੰ ਅਸੀਂ ਨਜ਼ਰ ਮਾਰਨੀ ਹੈ ਕਿ ਕਿਸ ਪੌਦੇ ਦੇ ਉੱਤੇ ਕੋਈ ਅਟੈਕ ਹੈ ਵਾ ਜੂੰ ਦਾ ਜਾਂ ਥ੍ਰਿਪਸ ਦਾ ਜਾਂ ਵਾਈਟ ਫਲਾਈ ਦਾ। ਅਗਰ ਥੋੜ੍ਹਾ ਜਿਹਾ ਅਸੀਂ ਇਹਨਾਂ ਨੂੰ ਦੇਖਦੇ ਹਾਂ ਨਾ ਤੇ ਇਹਦੇ 'ਤੇ ਸਫੈਦ ਮੱਖੀ ਵਾਈਟ ਫਲਾਈ ਦਾ ਅਟੈਕ, ਇੱਕ ਤਾਂ ਅਸੀਂ ਇਹ ਨੋਟ ਕਰ ਲੈਣੀ ਕਿ ਵਾਈਟ ਫਲਾਈ ਸਾਡੇ ਖੇਤ ਦੇ ਵਿੱਚ ਆ ਚੁੱਕੀ ਆ ਔਰ ਇਹਦੇ ਵਾਸਤੇ ਸਾਨੂੰ ਦਵਾਈ ਦੀ ਜ਼ਰੂਰਤ ਆ, ਸਪਰੇਅ ਦੀ ਜ਼ਰੂਰਤ ਆ। ਅੱਛਾ, ਦੂਸਰਾ ਦੇਖਣਾ ਕਿ ਆ ਜਿਹੜੇ ਪੱਤੇ ਆ ਸਾਡੇ ਇਹ ਥੋੜ੍ਹੇ ਜਿਹੇ ਮੁੱਧੇ ਹੋ ਰਹੇ ਆ, ਇੱਦਾਂ ਪੁੱਠੇ ਹੋ ਰਹੇ ਆ। ਇਹਦੀ ਕੀ ਵਜ੍ਹਾ ਵਾ? ਕਿਆ ਇੱਕ ਹੀ ਪੌਦਾ ਵਾ ਜਾਂ ਹੋਰ ਵੀ ਪੌਦਿਆਂ ਦੇ ਉੱਤੇ ਇਹ ਮਸਲਾ ਹੈ ਵਾ? 1 ਬਾਈ 1 ਦੇਖਦੇ ਜਾਣਾ। ਹੁਣ ਇਹ ਦੇਖੋ ਨਾ, ਐਨ ਜ਼ੇਰੇ ਨਜ਼ਰ ਤਸਵੀਰ ਦੇ ਵਿੱਚ ਪੌਦਾ ਤੁਹਾਡੇ ਸਾਹਮਣੇ ਆ। ਆਹ ਵੇਖੋ ਪੱਤਾ ਜਿਹੜਾ ਨਾ ਉਹ ਪੁੱਠਾ ਹੋਇਆ ਪਿਆ। ਅਤੇ ਪੱਤੇ ਪੁੱਠੇ ਉਦੋਂ ਹੁੰਦੇ ਆ ਜਦੋਂ ਸਬਜ਼ ਤੇਲੇ ਦਾ ਜਾਂ ਥ੍ਰਿਪਸ ਦਾ ਅਟੈਕ ਆ ਜਾਂਦਾ। ਅਤੇ ਹੁਣ ਬਗੌਰ ਇਹਦਾ ਮੁਸ਼ਾਹਦਾ ਅਗਰ ਕਰੀਏ ਨਾ ਤੇ ਇਹਦੇ 'ਤੇ ਥ੍ਰਿਪਸ ਜਿਹੜਾ ਨਾ ਇਹ ਬੜਾ ਖਬੀਸ ਕੀੜਾ ਵਾ। ਇਹਨੇ ਆਪਦੇ ਡੇਰੇ ਜਮਾਏ ਹੋਏ ਆ ਥ੍ਰਿਪਸ ਨੇ। ਅਤੇ ਇਹਦੇ ਤੋਂ ਹੁਣ ਸਾਨੂੰ ਕੀ ਕਰਨਾ ਚਾਹੀਦਾ ਵਾ? ਇਹ ਇੱਕ ਹੀ ਪੌਦੇ ਦੇ ਨਹੀਂ ਕਿ ਪੱਤੇ ਪੁੱਠੇ ਹੋ ਗਏ, ਇਹ ਹੁਣ ਕਾਫੀ ਪੌਦੇ ਜਿਹੜੇ ਆ ਨਾ ਉਹ ਆਪਦੇ ਪੱਤੇ ਜਿਹੜੇ ਆ ਨਾ ਉਹ ਪੁੱਠੇ ਕਰਦੇ ਪਏ ਆ। ਅਤੇ ਇੱਥੇ ਸਾਨੂੰ ਚਾਹੀਦਾ ਕਿ ਵਾਈਟ ਫਲਾਈ ਵਾਸਤੇ ਨਾ ਸਾਨੂੰ ਪਾਇਰੀਪ੍ਰੈਕਸੀਫਨ ਦਾ ਇਸਤੇਮਾਲ ਕਰ ਲਈਏ ਥੋੜ੍ਹੇ ਪੈਮਾਨੇ 'ਤੇ, ਥੋੜ੍ਹੀ ml ਪਾਉਣੀ ਆ, ਜ਼ਿਆਦਾ ਨਹੀਂ। ਅਤੇ ਦੂਸਰਾ ਕਲੋਰਫੀਨਾਪਾਇਰ ਜਾਂ ਐਬਾਮੈਕਟਨ, ਇਹ ਅਸੀਂ ਜਿਹੜੀ ਹੈ ਨਾ ਥ੍ਰਿਪਸ ਇਹਨੂੰ ਕੰਟਰੋਲ ਕਰਨਾ ਵਾ। ਕਲੋਰਫੀਨਾਪਾਇਰ ਨਾਲ ਕੰਟਰੋਲ ਅਸੀਂ ਕਰਨਾ ਵਾ ਇਹਨੂੰ, ਅਤੇ ਫਿਰ ਜਾ ਕੇ ਇਹਦਾ ਕੰਟਰੋਲ ਸਾਨੂੰ ਮਿਲਣਾ। ਲਓ ਜੀ, ਇੱਕ ਛੋਟੀ ਜਿਹੀ ਅਸਾਈਨਮੈਂਟ ਤੁਹਾਨੂੰ ਦੱਸੀ ਹੈ, ਅਤੇ ਇਹਦੇ 'ਤੇ ਅਮਲ ਪੈਰਾ ਹੋ ਕੇ ਆਪਦੀ ਕਪਾਹ ਦੀ ਫਸਲ ਨੂੰ ਮਹਿਫੂਜ਼ ਕਰੋ।